ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਸਟੱਡੀ ਦੇ ਵਿੱਚ। ਸੋ ਹਾਜ਼ਰਾਂ ਤੁਹਾਡੇ ਲਈ ਆਪਣੀ ਰੋਜ਼ਾਨਾ ਦੀ ਕਲਾਸ ਲੈ ਕੇ। ਮੈਂਟਲ ਐਬਿਲਿਟੀ ਐਂਡ ਲੌਜੀਕਲ ਰੀਜ਼ਨਿੰਗ ਦੀ ਆਪਣੀ ਕਲਾਸ ਹੈਗੀ। ਹਰ ਰੋਜ਼ ਰਾਤ ਨੂੰ 8:30 ਵਜੇ ਆਪਣੀ ਇਹ ਕਲਾਸ ਹੁੰਦੀ ਹੈਗੀ। ਸੋ ਜਿਹੜੇ ਵਿਦਿਆਰਥੀ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਵਾਸਤੇ ਆਪਾਂ ਨੇ ਇੱਕ ਸਪੈਸ਼ਲ ਬੈਚ ਤਿਆਰ ਕੀਤਾ ਹੋਏਗਾ, ਮਿਸ਼ਨ ਪੰਜਾਬ ਪੁਲਿਸ 2021। ਡੇਲੀ ਇਸ ਦੀ ਕਲਾਸ ਹੁੰਦੀ ਹੈ। ਇਸ ਬੈਚ ਦੇ ਵਿੱਚ ਆਪਣੀ ਰੀਜ਼ਨਿੰਗ ਦੀ 8:30 ਵਜੇ ਤੇ ਸਵੇਰੇ 10 ਵਜੇ ਆਪਣੀ ਮੈਥ ਦੀ ਕਲਾਸ ਹੁੰਦੀ ਹੈਗੀ। ਸੋ ਜਿਹੜੇ ਵਿਦਿਆਰਥੀ ਆਪਣੀ ਇਸ ਕਲਾਸ ਦੇ ਜ਼ਰੀਏ ਆਪਣੇ ਚੈਨਲ ਦੇ ਨਾਲ ਪਹਿਲੀ ਵਾਰ ਜੁੜ ਰਹੇ ਹਨ ਤਾਂ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਪਲੇਲਿਸਟਾਂ ਦਾ ਲਿੰਕ ਲੈ ਕੇ ਆਪਣੀਆਂ ਪਲੇਲਿਸਟਾਂ ਦੇ ਜ਼ਰੀਏ ਪਿਛਲੀਆਂ ਸਾਰੀਆਂ ਕਲਾਸਾਂ ਨੂੰ ਲਾਈਨ ਵਾਈਜ਼ ਦੇਖ ਸਕਦੇ ਹਨ। ਸੀਕੁਐਂਸ ਵਾਈਜ਼ ਆਪਾਂ ਨੇ ਕਲਾਸਾਂ ਲਗਾਈਆਂ ਹੋਈਆਂ ਨੇ, ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਆਪਣੀਆਂ ਕਲਾਸਾਂ ਹੋਈਆਂ ਨੇ ਸਾਰੀਆਂ ਤੁਹਾਨੂੰ ਪਲੇਲਿਸਟਾਂ ਦੇ ਵਿੱਚ ਮਿਲ ਜਾਣਗੀਆਂ। ਉੱਥੋਂ ਲੈ ਕੇ ਤੁਸੀਂ ਸਾਰੀਆਂ ਕਲਾਸਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ। ਅਤੇ ਨਾਲ ਹੀ ਤੁਸੀਂ ਨੇ ਕੀ ਕਰਨਾ ਹੈ ਕਿ ਆਪਣੀ ਨੋਟਬੁੱਕਸ ਦੇ ਵਿੱਚ ਨੋਟਸ ਬਣਾਉਂਦੇ ਚੱਲਣਾ ਹੈਗਾ, ਠੀਕ ਹੈ। ਅਤੇ ਤਾਂ ਕਿ ਤੁਸੀਂ ਪ੍ਰੈਕਟਿਸ ਸੀਰੀਜ਼ ਦੇ ਲਈ ਤਿਆਰ ਹੋ ਸਕੋ। ਪ੍ਰੈਕਟਿਸ ਸੀਰੀਜ਼ ਆਪਾਂ 1-2 ਦਿਨਾਂ ਦੇ ਵਿੱਚ ਲਾਂਚ ਕਰ ਦਾਂਗੇ। ਅਸਲ ਤਾਂ ਵਿੱਚ ਤੁਹਾਨੂੰ ਕੱਲ੍ਹ ਤੋਂ ਹੀ ਕਲਾਸ ਦੇਣੀ ਆਪਾਂ ਸਟਾਰਟ ਕਰ ਦੇਣੀ ਹੈਗੀ ਪ੍ਰੈਕਟਿਸ ਸੀਰੀਜ਼ ਦੀ, ਠੀਕ ਹੈ। ਅਤੇ ਜਿਹੜੇ ਬੱਚੇ ਪਹਿਲੀ ਵਾਰ ਕਲਾਸ ਦੇ ਨਾਲ ਜੁੜ ਰਹੇ ਹਨ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਅਤੇ ਨਾਲ ਹੀ ਆਪਣਾ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਏਗਾ, ਉਸ ਲਿੰਕ ਦੇ ਵਿੱਚ ਜਾ ਕੇ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ। ਉੱਥੇ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੇਗੀ ਅਤੇ ਜਿਹੜੀ ਆਪਣੀ ਡੇਲੀ ਕਲਾਸ ਹੁੰਦੀ ਹੈ ਉਸ ਦਾ ਲਿੰਕ ਵੀ ਤੁਹਾਨੂੰ ਡੇਲੀ ਮਿਲ ਜਾਇਆ ਕਰੇਗਾ, ਠੀਕ ਹੈ ਜੀ। ਅਤੇ ਪ੍ਰੈਕਟਿਸ ਸੀਰੀਜ਼ ਆਪਾਂ ਨੇ ਸਟਾਰਟ ਕਰਨੀ ਹੈ, ਉਸ ਦੇ ਵਿੱਚ ਤੁਸੀਂ ਨੇ ਜ਼ਰੂਰ ਜੁੜਨਾ ਹੈਗਾ। ਨੰਬਰ ਸੀਰੀਜ਼ ਦਾ ਜਿਹੜਾ ਆਪਣਾ ਨੰਬਰ ਐਂਡ ਲੈਟਰ ਸੀਰੀਜ਼ ਦਾ ਪਹਿਲਾ ਚੈਪਟਰ ਸੀਗਾ ਇਸ ਦਾ ਆਪਾਂ ਨੇ ਕੰਪਲੀਟ ਕਰ ਲਿਆ। ਉਸ ਤੋਂ ਬਾਅਦ ਜਿਹੜਾ ਸੀਕੁਐਂਸ ਦਾ ਸੀਗਾ ਸੀਕੁਐਂਸਿੰਗ, ਇਹ ਆਪਾਂ ਨੇ ਇੱਕ ਵਾਰ ਸਕਿੱਪ ਕਰ ਦਿੱਤਾ ਹੈਗਾ। ਇਸ ਨੂੰ ਜਮ੍ਹਾਂ ਐਂਡ 'ਤੇ ਕਰਾਂਗੇ 8ਵੇਂ ਨੰਬਰ 'ਤੇ, ਠੀਕ ਹੈ। 7ਵੇਂ ਨੰਬਰ 'ਤੇ ਚਲਾ ਜਾਏਗਾ ਮਤਲਬ ਕਿ। ਅਤੇ ਇਸ ਤੋਂ ਬਾਅਦ ਆਪਾਂ ਨੇ ਇਹ ਸਟੇਟਮੈਂਟ ਐਂਡ ਕਨਕਲੂਜਨ ਦਾ ਚੈਪਟਰ ਸਟਾਰਟ ਕੀਤਾ ਹੋਏਗਾ। ਅੱਜ ਆਪਣੀ ਦੂਜੀ ਕਲਾਸ ਹੈਗੀ, ਇਸ ਦੀ ਦੂਜਾ ਦਿਨ ਹੈਗਾ ਸਟੇਟਮੈਂਟ ਐਂਡ ਕਨਕਲੂਜਨ ਦਾ, ਦੂਜਾ ਅਤੇ ਅਖੀਰਲਾ ਹੀ ਸਮਝੋ, ਠੀਕ ਹੈ। ਅੱਜ ਆਪਾਂ ਇਸ ਨੂੰ ਕੰਪਲੀਟ ਕਰ ਦੇਵਾਂਗੇ। ਕੱਲ੍ਹ ਦੀ ਕਲਾਸ ਦੇ ਵਿੱਚ ਹੋ ਗਿਆ ਸੀਗਾ ਕੁਛ, ਅੱਜ ਹੋ ਗਿਆ। ਅਸਲ ਦੇ ਵਿੱਚ ਇੱਕ ਲੌਜਿਕ 'ਤੇ ਬੇਸਡ ਚੈਪਟਰ ਹੈਗਾ ਇਹ। ਲੌਜਿਕ ਦੇ ਅਨੁਸਾਰ ਕੰਮ ਕਰਨਾ ਤੁਸੀਂ ਨੇ। ਇਸ ਦੇ ਵਿੱਚ 2 ਕਲਾਸਾਂ ਦੇ ਵਿੱਚ ਹੀ ਆਪਾਂ ਨੇ ਇਹ ਸਾਰਾ ਕੁਛ ਕਵਰ ਕਰਤਾ। ਇੰਨਾ ਕੁ ਹੀ ਆਪਣਾ ਚੈਪਟਰ ਹੈ ਕਿ ਕੁਛ ਕਲਾਸ ਕੱਲ੍ਹ ਹੋ ਗਈ ਅਤੇ ਇੱਕ ਅੱਜ, ਦੋਨੇ ਕਲਾਸਾਂ ਦੇ ਵਿੱਚ ਆਪਣਾ ਇਹ ਚੈਪਟਰ ਸਮਾਪਤ ਹੋ ਜਾਏਗਾ। ਦੇਖੋ, ਅਤੇ ਆਪਣਾ ਰੀਜ਼ਨਿੰਗ ਦਾ 10ਵਾਂ ਦਿਨ ਹੈਗਾ। ਇਸ ਤੋਂ ਪਹਿਲਾਂ 9 ਕਲਾਸਾਂ ਹੋ ਚੁੱਕੀਆਂ ਨੇ। ਚੈਪਟਰ ਦਾ ਨਾਮ ਹੈਗਾ ਕਥਨ ਅਤੇ ਸਿੱਟਾ। ਪੰਜਾਬੀ ਦੇ ਵਿੱਚ ਕਥਨ ਦਿੱਤਾ ਹੋਏਗਾ ਅਤੇ ਨਾਲ ਉਸ ਦਾ ਸਿੱਟਾ ਦਿੱਤਾ ਹੋਏਗਾ। ਅਤੇ ਜਿਹੜਾ ਸਿੱਟਾ ਹੋਏਗਾ ਉਹ ਆਪਾਂ ਨੇ ਦੱਸਣਾ ਹੈ ਕਿ ਇਸ ਸਟੇਟਮੈਂਟ ਦਾ ਸਿੱਟਾ ਇਹਨਾਂ ਨੇ ਸਹੀ ਕੱਢਿਆ ਜਾਂ ਗਲਤ ਕੱਢਿਆ। 2 ਸਿੱਟੇ ਦਿੱਤੇ ਹੋਣਗੇ ਅਤੇ ਆਪਾਂ ਨੇ ਦੱਸਣਾ ਹੋਏਗਾ ਕਿਹੜਾ ਸਹੀ ਹੈ ਜਾਂ ਦੋਨੇ ਗਲਤ ਨੇ। ਇਸ ਤਰ੍ਹਾਂ ਸਟੇਟਮੈਂਟ ਐਂਡ ਕਨਕਲੂਜਨ ਪੰਜਾਬੀ ਦੇ ਵਿੱਚ ਇਸ ਨੂੰ ਕਥਨ ਅਤੇ ਸਿੱਟਾ ਕਹਿੰਦੇ ਨੇ। ਦੂਜੀ ਕਲਾਸ ਹੈਗੀ, ਇੱਥੇ ਮਿਸਟੇਕ ਹੋ ਗਈ। ਦੂਜਾ ਦਿਨ ਹੈਗਾ ਆਪਣਾ ਇਸ ਦਾ ਸਟੇਟਮੈਂਟ ਐਂਡ ਕਨਕਲੂਜਨ ਦਾ ਸੌਰੀ। ਤਾਂ ਦੇਖੋ ਇਸ ਦੇ ਵਿੱਚ ਹੋਏਗਾ ਕੀ। ਸਭ ਤੋਂ ਪਹਿਲਾਂ ਆਪਾਂ ਨੂੰ ਕੁਐਸਚਨ ਦਿੱਤਾ ਹੋਏਗਾ, ਪੇਪਰ ਦੇ ਵਿੱਚ ਕੁਐਸਚਨ ਦਿੱਤਾ ਹੋਏਗਾ। ਉਸ ਦੇ ਵਿੱਚ ਸਟੇਟਮੈਂਟ ਅਤੇ ਕਨਕਲੂਜਨ, ਠੀਕ ਹੈ, ਦੋਨੋਂ ਦਿੱਤੀਆਂ ਹੋਣਗੀਆਂ, ਸਟੇਟਮੈਂਟ ਅਤੇ ਕਨਕਲੂਜਨ। ਅਤੇ ਉਸ ਦੇ ਵਿੱਚ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਕੋਈ ਗੱਲਬਾਤ ਕੀਤੀ ਹੋਏਗੀ, ਕੋਈ ਗੱਲਬਾਤ ਜਿਵੇਂ ਕਿ ਕੋਈ ਕੁਐਸਚਨ ਲਾ ਲਓ, ਉਸ ਦਾ ਬਾਅਦ ਦੇ ਵਿੱਚ ਸਿੱਟਾ ਕੱਢਿਆ ਹੋਏਗਾ ਉਹਨਾਂ ਨੇ। ਸਿੱਟਾ ਕੋਈ ਉਹਨਾਂ ਨੇ ਆਪਣੇ ਕੋਲੋਂ ਸਿੱਟਾ ਬਣਾਇਆ ਹੋਏਗਾ ਅਤੇ ਆਪਾਂ ਨੇ ਦੇਖਣਾ ਹੈ ਕਿ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਸ ਦੇ ਹਿਸਾਬ ਨਾਲ ਉਹ ਸਿੱਟਾ ਸਹੀ ਹੈ ਜਾਂ ਗਲਤ ਹੈ, ਠੀਕ ਹੈ। ਜਿਵੇਂ ਕਿ ਉਹਨਾਂ ਨੇ ਗੱਲ ਕੀਤੀ ਹੈਗੀ ਕੱਲ੍ਹ ਦੀ ਕਲਾਸ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ, ਜਿਵੇਂ ਕੋਈ ਵਿਦਿਆਰਥੀ ਆਪਣੇ ਕਾਲਜ ਦੇ ਵਿੱਚ ਪੜ੍ਹਦਾ ਹੈਗਾ, ਠੀਕ ਹੈ, ਕਾਲਜ ਦੇ ਵਿੱਚ ਪੜ੍ਹਦਾ ਹੈਗਾ ਤਾਂ ਉਹਨਾਂ ਨੇ ਇੱਥੇ ਗੱਲ ਕਹਿਤੀ ਕਨਕਲੂਜਨ ਦੇ ਵਿੱਚ ਉਹ ਵਿਦਿਆਰਥੀ ਮੁੰਡਾ ਹੈਗਾ ਜਾਂ ਕੁੜੀ ਹੈ। ਅਸਲ ਦੇ ਵਿੱਚ ਸਟੇਟਮੈਂਟ ਦੇ ਵਿੱਚ ਤਾਂ ਆਪਾਂ ਨੂੰ ਕੁਛ ਨਹੀਂ ਦੱਸਿਆ ਕਿ ਮੁੰਡਾ ਜਾਂ ਕੁੜੀ ਹੈ। ਸਟੇਟਮੈਂਟ ਦੇ ਵਿੱਚ ਜਿੱਥੇ ਮੁੰਡਾ ਕਿਹਾ ਉਹ ਵੀ ਆਪਾਂ ਗਲਤ ਕਰ ਦਾਂਗੇ, ਜਿੱਥੇ ਕੁੜੀ ਕਿਹਾ ਉਹ ਵੀ ਗਲਤ ਕਰ ਦਾਂਗੇ। ਅਤੇ ਜਾਂ ਫਿਰ ਆਪਾਂ ਐਵੇਂ ਵੀ ਕਹਿ ਸਕਦੇ ਹਾਂ ਕਿ ਦੋਨਾਂ ਦੇ ਵਿੱਚੋਂ ਇੱਕ ਸਹੀ ਹੋ ਸਕਦਾ ਹੈਗਾ। ਔਰ ਵਾਲਾ ਕੁਐਸਚਨ ਇੱਧਰ ਔਰ ਵਾਲਾ ਆਪਾਂ ਇਸ ਦੇ ਵਿੱਚ ਟਿਕ ਲਗਾ ਆਵਾਂਗੇ, ਠੀਕ ਹੈ। ਤਾਂ ਇਸ ਦੇ ਵਿੱਚ ਦੇਖੋ ਕੀ ਹੋਏਗਾ, ਕੁਐਸਚਨ ਦਿੱਤਾ ਹੋਏਗਾ, ਸਟੇਟਮੈਂਟ ਅਤੇ ਕਨਕਲੂਜਨ ਹੋਏਗੀ। ਸਟੇਟਮੈਂਟ ਦੇ ਆਧਾਰ 'ਤੇ ਆਪਣੇ ਕਨਕਲੂਜਨ ਨੂੰ ਦੇਖਣਾ ਹੋਏਗਾ। ਆਪਾਂ ਨੇ ਆਪਣੇ ਕੋਲੋਂ ਕੁਛ ਇਸ ਦਾ ਕਨਕਲੂਜਨ ਨੂੰ ਨਹੀਂ ਸੋਚਣਾ ਕਿ ਦੁਨੀਆਦਾਰੀ ਦੇ ਨਾਲ ਇਸ ਨੂੰ ਜੋੜ ਕੇ ਨਹੀਂ ਦੇਖਣਾ। ਇੱਕ ਤਰ੍ਹਾਂ ਆਪਾਂ ਨੇ ਸਟੇਟਮੈਂਟ ਦੇ ਹਿਸਾਬ ਨਾਲ ਹੀ ਇਸ ਨੂੰ ਦੇਖਣਾ ਹੋਏਗਾ, ਠੀਕ ਹੈ। ਅਤੇ ਕਨਕਲੂਜਨ ਨੂੰ ਸਹੀ ਵੀ ਹੋ ਸਕਦਾ ਹੈਗਾ, ਸਟੇਟਮੈਂਟ ਦੇ ਹਿਸਾਬ ਨਾਲ ਗਲਤ ਵੀ ਹੋ ਸਕਦਾ ਹੈਗਾ। ਉਹ ਆਪਣੇ 4 ਆਪਸ਼ਨਾਂ ਦੇ ਵਿੱਚ ਉਸ ਨੂੰ ਦੇਖਣਾ ਹੋਏਗਾ, ਠੀਕ ਹੈ। ਲੌਜਿਕ ਦੇ ਆਧਾਰ 'ਤੇ ਕਿ ਸਟੇਟਮੈਂਟ ਦੇ ਨਾਲ ਉਸ ਦਾ ਲੌਜਿਕ ਜੁੜ ਰਹੇਗਾ ਜਾਂ ਨਹੀਂ, ਇਸ ਦੇ ਆਧਾਰ 'ਤੇ ਹੀ ਆਪਾਂ ਨੇ ਇਸ ਦਾ ਜਵਾਬ ਦੇਣਾ ਹੋਏਗਾ। ਇਸ ਦਾ ਕੋਈ ਵੀ ਟ੍ਰਿਕ ਨਹੀਂ ਹੈ ਇਸ ਨੂੰ ਸੋਲਵ ਕਰਨ ਦੀ, ਠੀਕ ਹੈ। ਤਾਂ ਕਰਕੇ ਹੀ ਇਹ 2 ਕਲਾਸਾਂ ਦੇ ਵਿੱਚ ਆਪਣਾ ਇਹ ਚੈਪਟਰ ਸਮਾਪਤ ਹੋ ਜਾਂਦਾ ਹੈਗਾ, ਠੀਕ ਹੈ। ਤਾਂ ਦੇਖੋ ਉਸ ਤੋਂ ਬਾਅਦ ਆਪਾਂ ਵੱਧਦੇ ਹਾਂ ਪ੍ਰਸ਼ਨਾਂ ਦੇ ਵੱਲ। ਅੱਜ ਆਪਾਂ ਨੇ ਇਸ ਦੀ PPT ਤਿਆਰ ਕੀਤੀ ਹੋਈ ਹੈਗੀ, ਠੀਕ ਹੈ। ਕੱਲ੍ਹ ਲਿਖਣ ਦੀ ਪ੍ਰੋਬਲਮ ਆ ਰਹੀ ਸੀਗੀ ਇੱਕ, ਉਸ ਦੇ ਵਿੱਚ ਅੱਖਰ ਵੀ ਸਾਫ਼ ਨਹੀਂ ਸੀਗੇ ਬਣ ਰਹੇ। ਅੱਜ ਇਸ ਦੇ ਵਾਸਤੇ ਮਿਹਨਤ ਕਰਨੀ ਪਈ। ਚਲੋ, ਤਾਂ
ਦੇਖੋ ਇਸ ਦੇ ਵਿੱਚ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈਗੀ ਸਭ ਤੋਂ ਪਹਿਲਾਂ, ਜਿਵੇਂ ਤੁਹਾਨੂੰ ਦੱਸਿਆ ਸੀਗਾ, ਠੀਕ ਹੈ। ਕੱਲ੍ਹ ਦੀ ਕਲਾਸ ਦੇ ਵਿੱਚ ਵੀ ਤੁਸੀਂ ਨੇ ਦੇਖਿਆ ਸੀਗਾ ਸਟੇਟਮੈਂਟ ਦਿੱਤੀ ਹੋਈ ਹੈਗੀ ਇਹ ਵਾਲੀ, ਅਤੇ ਇਸ ਦੇ ਨਾਲ ਹੀ ਆਪਾਂ ਨੇ ਉਸੇ ਸਟੇਟਮੈਂਟ ਦਾ ਇਹ ਸਿੱਟਾ ਕੱਢਿਆ ਹੋਏਗਾ। ਇਹਨਾਂ ਨੇ ਦੇਖੋ 2 ਸਿੱਟੇ ਕੱਢੇ ਹੋਏ ਨੇ, ਆਹ ਵਾਲਾ ਅਤੇ ਆਹ ਵਾਲਾ, 2 ਸਿੱਟੇ ਕੱਢੇ ਹੋਏ ਨੇ। ਆਪਾਂ ਨੇ ਚੈੱਕ ਕਰਨਾ ਹੈਗਾ ਦੋਨੇ ਸਹੀ ਨੇ ਜਾਂ ਦੋਨਾਂ ਦੇ ਵਿੱਚੋਂ ਇੱਕ ਸਹੀ ਹੈਗਾ, ਅਤੇ ਜਾਂ ਫਿਰ ਦੋਨੇ ਗਲਤ ਨੇ, ਅਤੇ ਜਾਂ ਫਿਰ ਦੋਨਾਂ ਦੇ ਵਿੱਚੋਂ ਸਹੀ ਹੋਣ ਦੀ ਸੰਭਾਵਨਾ ਹੈ ਕੀ, ਠੀਕ ਹੈ। ਆਪਾਂ ਨੇ ਇੱਥੇ ਇਹੀ ਆਨਸਰ ਨਹੀਂ ਹੋਏਗਾ ਆਪਣਾ, ਇਹਨਾਂ ਦੇ ਵਿੱਚੋਂ ਅੱਗੇ 4 ਆਪਸ਼ਨਾਂ ਦਿੱਤੀਆਂ ਹੋਣਗੀਆਂ, ਜਿਵੇਂ ਕਿ ਤੁਹਾਨੂੰ ਕੱਲ੍ਹ ਦੀ ਕਲਾਸ ਦੇ ਵਿੱਚ ਦੱਸਿਆ ਸੀਗਾ। A ਹੋਏਗੀ ਉਹ ਕਹਿੰਦੀ ਹੋਏਗੀ ਇੱਕ ਹੈਗਾ ਸਹੀ ਹੈ, ਜਿਹੜੀ B ਹੋਏਗੀ ਉਹ ਕਹਿੰਦੀ ਹੋਏਗੀ ਕਿ 2 ਵਾਲਾ ਸਹੀ ਹੈਗਾ, C ਕਹਿੰਦੀ ਹੋਏਗੀ ਦੋਨੋਂ ਸਹੀ ਨੇ ਬੋਥ, ਠੀਕ ਹੈ, ਅਤੇ D ਕਹਿੰਦੀ ਹੋਏਗੀ ਕਿ ਉਹਨਾਂ ਦੇ ਵਿੱਚੋਂ ਕੋਈ ਵੀ ਸਹੀ ਨਹੀਂ ਹੈਗਾ, ਠੀਕ ਹੈ, ਅਤੇ ਜਿਹੜੀ E ਹੋਏਗੀ ਉਹ ਕਹਿੰਦੀ ਹੋਏਗੀ ਵੀ ਉਹਨਾਂ ਦੇ ਵਿੱਚੋਂ ਇੱਕ ਸਹੀ ਹੋ ਸਕਦਾ ਹੈਗਾ, ਠੀਕ ਹੈ। ਇਸ ਤਰ੍ਹਾਂ ਆਪਾਂ ਨੂੰ 4 ਆਪਸ਼ਨਾਂ ਦਿੱਤੀਆਂ ਹੋਣਗੀਆਂ। ਆਪਸ਼ਨਾਂ ਤੁਸੀਂ ਨੇ ਦੇਖੋ ਪੇਪਰਾਂ ਦੇ ਵਿੱਚ ਜਿਵੇਂ ਦਿੱਤੀਆਂ ਹੋਣਗੀਆਂ ਉਸ ਹਿਸਾਬ ਦੇ ਨਾਲ ਆਪਾਂ ਚੂਜ਼ ਕਰ ਲਾਂਗੇ। ਚਲੋ ਆਪਾਂ ਸਟੇਟਮੈਂਟ ਦੇ ਵੱਲ ਵੱਧਦੇ ਹਾਂ। ਪਹਿਲੀ, ਅਧਿਆਪਕ ਨੇ ਵਿਦਿਆਰਥੀ ਨੂੰ ਸਜ਼ਾ ਦਿੱਤੀ, ਠੀਕ ਹੈ। ਅਧਿਆਪਕ ਨੇ ਵਿਦਿਆਰਥੀ ਨੂੰ ਸਜ਼ਾ ਦਿੱਤੀ। ਵੈਸੇ ਤਾਂ ਦੇਖੋ ਸਿੱਖਿਆ ਦੇ ਜਿਹੜੇ ਨਵੇਂ ਰੂਲਾਂ ਦੇ ਹਿਸਾਬ ਨਾਲ ਵਿਦਿਆਰਥੀ ਨੂੰ ਸਜ਼ਾ ਦੇਣਾ ਮੰਨਿਆ ਨਹੀਂ ਜਾਂਦਾ, ਠੀਕ ਹੈ, ਅਪਰਾਧ ਇੱਕ ਤਰ੍ਹਾਂ। ਪਰ ਇਹਦੇ ਵਿੱਚ ਸਟੇਟਮੈਂਟ ਦੇ ਵਿੱਚ ਦੱਸਿਆ ਹੋਏਗਾ ਅਧਿਆਪਕ ਨੇ ਵਿਦਿਆਰਥੀ ਨੂੰ ਸਜ਼ਾ ਦਿੱਤੀ ਹੈਗੀ, ਠੀਕ ਹੈ। ਅਤੇ ਇਸ ਦੇ ਵਿੱਚੋਂ ਆਪਾਂ ਨੇ ਇਸੇ ਸਟੇਟਮੈਂਟ ਦੇ ਵਿੱਚੋਂ ਇਸ ਨੂੰ ਕਨਕਲੂਜ਼ਨ ਕੱਢਣਾ ਹੈਗਾ, ਸਿੱਟਾ ਕੱਢਣਾ ਇਸੇ ਸਟੇਟਮੈਂਟ ਦੇ ਵਿੱਚੋਂ। ਦੇਖੋ ਅਧਿਆਪਕ ਵਿਦਿਆਰਥੀ ਨੂੰ ਪਸੰਦ ਨਹੀਂ ਕਰਦਾ ਸੀ। ਪਹਿਲਾਂ ਇਹਨਾਂ ਨੇ ਜਿਹੜਾ ਤਰਕ ਕੱਢਿਆਗਾ ਇਸ ਦਾ ਸਿੱਟਾ ਕੱਢਿਆਗਾ, ਇਹ ਕਹਿ ਰਹੇ ਨੇ ਕਿ ਅਧਿਆਪਕ ਹੈ ਜਿਹੜਾ ਵਿਦਿਆਰਥੀ ਨੂੰ ਪਸੰਦ ਨਹੀਂ ਕਰਦਾ ਸੀਗਾ ਤਾਂ ਕਰਕੇ ਸਜ਼ਾ ਦਿੱਤੀ। ਕਿ ਸਟੇਟਮੈਂਟ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ ਅਧਿਆਪਕ ਵਿਦਿਆਰਥੀ ਨੂੰ ਪਸੰਦ ਨਹੀਂ ਕਰਦਾ ਸੀਗਾ, ਇਸ ਕਰਕੇ ਅਧਿਆਪਕ ਨੇ ਵਿਦਿਆਰਥੀ ਨੂੰ ਸਜ਼ਾ ਦਿੱਤੀ। ਇਹ ਚੀਜ਼ ਨਹੀਂ ਸੀ ਲਿਖੀ ਹੋਈ ਤਾਂ ਕਰਕੇ ਆਪਾਂ ਇਸ ਨੂੰ ਗਲਤ ਕਰ ਦਾਂਗੇ। ਪਹਿਲਾ ਤਾਂ ਆਪਣਾ ਹੋ ਨਹੀਂ ਸਕਦਾ। ਉਸ ਤੋਂ ਬਾਅਦ ਅਗਲੀ ਗੱਲ ਕਹੀ ਹੈਗੀ ਇਹਨਾਂ ਨੇ 2 ਨੰਬਰ ਦੇ ਵਿੱਚ, ਵਿਦਿਆਰਥੀ ਦੇ ਘੱਟ ਪੜ੍ਹਨ ਕਰਕੇ। ਕਹਿੰਦੇ ਵਿਦਿਆਰਥੀ ਘੱਟ ਪੜ੍ਹਦਾ ਸੀਗਾ ਤਾਂ ਕਰਕੇ ਅਧਿਆਪਕ ਨੇ ਵਿਦਿਆਰਥੀ ਨੂੰ ਸਜ਼ਾ ਦਿੱਤੀ। ਦੇਖੋ ਇਹ ਸਹੀ ਹੈਗਾ? ਨਹੀਂ ਜੀ, ਇਹ ਵੀ ਨਹੀਂ ਸਹੀ ਹੈਗਾ। ਕਿਉਂ ਨਹੀਂ ਸਹੀ ਹੈਗਾ? ਬੇਸ਼ੱਕ ਸਹੀ ਹੋਵੇ, ਠੀਕ ਹੈ, ਜੇਕਰ ਆਪਾਂ ਵੈਸੇ ਦੇਖੀਏ ਬੇਸ਼ੱਕ ਸਹੀ ਹੋਵੇ, ਬੇਸ਼ੱਕ ਆ ਵੀ ਸਹੀ ਹੋਵੇ, ਬੇਸ਼ੱਕ ਆ ਵੀ ਸਹੀ ਹੋਵੇ, ਪਰ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਜਦੋਂ ਤੱਕ ਨਹੀਂ ਦਿੱਤਾ ਹੋਇਆ ਤਾਂ ਆਪਾਂ ਨੇ ਸਹੀ ਨਹੀਂ ਮੰਨਣਾ। ਤਾਂ ਆਪਸ਼ਨਾਂ ਦੇ ਵਿੱਚ ਜਿਹੜੀ ਦੇ ਵਿੱਚ ਲਿਖਿਆ ਹੋਏਗਾ ਕਿ ਦੋਨੋਂ ਗਲਤ ਨੇ, ਨਾ ਤਾਂ ਪਹਿਲਾ ਫੋਲੋ ਕਰਦਾ ਨਾ ਦੂਜਾ ਫੋਲੋ ਕਰਦਾ, ਉਹ ਵਾਲੀ ਆਪਸ਼ਨ ਆਪਾਂ ਨੇ ਚੂਜ਼ ਕਰਨੀ ਹੋਏਗੀ, ਠੀਕ ਹੈ। ਤਾਂ ਦੇਖੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵੱਲ ਵੱਧਦੇ ਹਾਂ। ਸਟੇਟਮੈਂਟ ਹੈਗੀ ਅਤੇ ਕਨਕਲੂਜਨ। ਸਟੇਟਮੈਂਟ ਕੀ ਕਹਿੰਦੀ ਹੈ? ਰਾਮ ਚੰਗਾ ਬੱਚਾ ਹੈ। ਰਾਮ ਚੰਗਾ ਬੱਚਾ ਹੈ, ਸਟੇਟਮੈਂਟ ਕਹਿੰਦੀ ਹੈ। ਉਸ ਤੋਂ ਬਾਅਦ ਜਿਹੜਾ ਕਨਕਲੂਜਨ ਹੈਗਾ ਉਹਦੇ ਵਿੱਚ ਦਿੱਤਾ ਹੋਏਗਾ ਪਰ ਉਸ ਦਾ ਭਰਾ ਚੰਗਾ ਬੱਚਾ ਨਹੀਂ ਹੈਗਾ। ਰਾਮ ਦਾ ਭਰਾ ਹੈਗਾ ਜਿਹੜਾ ਉਹ ਚੰਗਾ ਬੱਚਾ ਨਹੀਂ ਹੈਗਾ। ਰਾਮ ਦਾ ਭਰਾ ਚੰਗਾ ਬੱਚਾ ਨਹੀਂ ਹੈਗਾ। ਕੀ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਵੀ ਰਾਮ ਚੰਗਾ ਬੱਚਾ ਹੈ ਕਿ ਉਸ ਦਾ ਭਰਾ ਚੰਗਾ ਬੱਚਾ ਨਹੀਂ ਹੈ, ਠੀਕ ਹੈ। ਜਾਂ ਫਿਰ ਸਟੇਟਮੈਂਟ ਦੇ ਵਿੱਚ ਐਵੇਂ ਲਿਖਿਆ ਹੋਵੇ ਵੀ ਰਾਮ ਦਾ ਭਰਾ ਚੰਗਾ ਬੱਚਾ ਨਹੀਂ, ਰਾਮ ਚੰਗਾ ਹੈ, ਜਾਂ ਰਾਮ ਆਪਣੇ ਭਰਾ ਨਾਲੋਂ ਚੰਗਾ ਹੈਗਾ। ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਸੀਗਾ, ਪਰ ਸਟੇਟਮੈਂਟ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਦਿੱਤਾ ਹੋਇਆ ਕਿ ਰਾਮ ਚੰਗਾ ਬੱਚਾ ਹੈ, ਸਿਰਫ ਇਹਨਾਂ ਨੇ ਇਸ ਤਰ੍ਹਾਂ ਦਿੱਤਾ ਹੈਗਾ। ਤਾਂ ਉਸ ਦੇ ਹਿਸਾਬ ਨਾਲ ਆਪਾਂ ਇਸ ਨੂੰ ਨਹੀਂ ਕਹਿ ਸਕਦੇ ਕਿ ਉਸ ਦਾ ਭਰਾ ਚੰਗਾ ਬੱਚਾ ਨਹੀਂ ਹੈ, ਤਾਂ ਕਰਕੇ ਇਹ ਤਾਂ ਹੋ ਗਿਆ ਆਪਣਾ ਗਲਤ, ਠੀਕ ਹੈ। ਦੂਜਾ, ਉਸ ਦਾ ਕਾਰਨ ਦੱਸ ਰੱਖਿਆ ਚੰਗਾ ਹੋਣ ਦਾ। ਕਹਿੰਦੇ ਕਿਉਂਕਿ ਉਹ ਸੱਚ ਬੋਲਦਾ ਤਾਂ ਕਰਕੇ ਚੰਗਾ ਹੈ। ਕੀ ਸਟੇਟਮੈਂਟ ਦੇ ਵਿੱਚ ਲਿਖਿਆ ਹੋਏਗਾ ਕਿ ਉਹ ਸੱਚ ਬੋਲਣ ਕਰਕੇ ਚੰਗਾ ਹੈ, ਠੀਕ ਹੈ। ਕੀ ਪਤਾ ਉਹ ਆਗਿਆਕਾਰ ਹੋਵੇ ਜਾਂ ਪੜ੍ਹਨ ਦੇ ਵਿੱਚ ਚੰਗਾ ਹੋਵੇ, ਹੋਰ ਕਾਰਨ ਵੀ ਤਾਂ ਹੋ ਸਕਦਾ ਹੈਗਾ। ਸਟੇਟਮੈਂਟ ਦੇ ਹਿਸਾਬ ਨਾਲ ਆਪਾਂ ਇਸ ਨੂੰ ਸਹੀ ਨਹੀਂ ਮੰਨ ਸਕਦੇ, ਠੀਕ ਹੈ। ਇਸੇ ਤਰ੍ਹਾਂ ਦੇ ਤੁਹਾਨੂੰ ਪੇਪਰ ਦੇ ਵਿੱਚ ਪ੍ਰਸ਼ਨ ਆਉਣਗੇ। ਦੇਖੋ ਆਪਾਂ ਨੇ ਇਹ ਨਹੀਂ ਮੰਨ ਕੇ ਚੱਲੇ ਹੈਗੇ ਕਿ ਤੁਹਾਨੂੰ ਪੇਪਰ ਦੇ ਵਿੱਚ ਇਹੋ ਆਵੇ, ਠੀਕ ਹੈ। ਪੇਪਰ ਦੇ ਵਿੱਚ ਰਾਮ ਚੰਗਾ ਬੱਚਾ ਹੈ ਜਾਂ ਰਾਮ ਮਾੜਾ ਬੱਚਾ ਹੈ, ਇਸ ਤਰ੍ਹਾਂ ਦਾ ਪ੍ਰਸ਼ਨ ਆਪਾਂ ਨਹੀਂ ਮੰਨ ਕੇ ਚੱਲੇ ਕਿ ਇਹੀ ਆਵੇਗਾ, ਠੀਕ ਹੈ। ਤੁਹਾਨੂੰ ਹੋਰ ਦੁਨੀਆ ਦੇ ਨਾਲ, ਸਟੇਟਾਂ ਦੇ ਨਾਲ ਜਾਂ ਕਰੰਟ ਅਫੇਅਰ ਦੇ ਨਾਲ ਜੋੜ ਕੇ ਇਸ ਨੂੰ ਪਾ ਦੇਣਾ, ਠੀਕ ਹੈ। ਭਾਰਤ ਦੀ ਰਾਜਧਾਨੀ ਦਿੱਲੀ ਹੈ, ਦਿੱਲੀ ਨੂੰ ਜਾਣ ਦੇ ਲਈ ਬੱਸ 'ਤੇ ਇੰਨਾ ਟਾਈਮ ਲੱਗਦਾ ਹੈਗਾ, ਉਸ 'ਤੇ ਜਹਾਜ਼ 'ਤੇ ਇੰਨਾ ਟਾਈਮ ਲੱਗਦਾ ਹੈਗਾ। ਤਾਂ ਦੱਸੋ ਵੀ ਇਸ ਤਰ੍ਹਾਂ ਵੀ ਬਾਲਣ ਦੀ ਬੱਚਤ ਕਰਨ ਲਈ ਜਾਣਾ ਹੈ, ਜਾਂ ਇਸ ਤਰ੍ਹਾਂ ਜਿਵੇਂ ਕਿ ਅਗਰਵਾਲ ਦੀ ਬੁੱਕ ਦੇ ਵਿੱਚ ਦਿੱਤਾ ਹੋਇਆ ਸੀਗਾ ਕਿ ਦਿੱਲੀ ਨੂੰ ਜਾਣ ਦੇ ਬੰਬਈ ਨੂੰ ਜਾਣ ਦੇ ਵਾਸਤੇ ਕਹਿੰਦੇ ਜਹਾਜ਼ ਦੇ ਲਈ ਇੰਨਾ ਟਾਈਮ, ਇੰਨੇ ਕਿਲੋਮੀਟਰ ਪੈਂਦਾ। ਸਮੁੰਦਰ ਦੇ ਵਿੱਚ ਜਾਣ ਦੇ ਲਈ ਘੱਟ ਕਿਲੋਮੀਟਰ ਪੈਂਦਾ ਹੈਗਾ ਸਮੁੰਦਰ ਦੇ ਰਸਤੇ ਜੇਕਰ ਜਾਇਆ ਜਾਵੇ। ਤਾਂ ਦੱਸੋ ਕਿ ਕਹਿੰਦੇ ਇੰਧਣ ਦੀ ਇਸ ਦੀ ਬੱਚਤ ਕਰਨੀ ਚਾਹੀਦੀ ਹੈਗੀ। ਨਾਲ ਇਹ ਵੀ ਲਾਈਨ ਲਿਖੀ ਹੋਈ ਸੀਗੀ ਉਸ ਦੇ ਵਿੱਚ, ਅਤੇ ਉਹਦੇ ਵਿੱਚ ਜਿਹੜੀਆਂ ਸਟੇਟਮੈਂਟ ਤੋਂ ਬਾਅਦ ਕਨਕਲੂਜਨ ਦਿੱਤਾ ਹੋਇਆ ਸੀਗਾ ਉਸ ਦੇ ਵਿੱਚ ਦਿੱਤਾ ਹੋਇਆ ਸੀਗਾ ਕਿ ਇੰਧਣ ਦੀ ਬੱਚਤ ਕਰਨੀ ਚਾਹੀਦੀ ਹੈ, ਅਤੇ ਦੂਜਾ ਕਿਹਾ ਹੋਇਆ ਸੀਗਾ ਕਿ ਸਸਤਾ ਪੈਂਦਾ ਹੈਗਾ ਸਮੁੰਦਰ ਦੇ ਵਿੱਚੋਂ। ਇਸ ਤਰ੍ਹਾਂ ਦੇਖੋ ਇੱਕ ਤਰ੍ਹਾਂ ਉਹਨਾਂ ਨੇ ਸਟੇਟਾਂ ਦੇ ਨਾਲ, ਸ਼ਹਿਰਾਂ ਦੇ ਨਾਲ ਜੋੜ ਕੇ ਗੱਲ ਕੀਤੀ।
ठीक है, ਜਾਂ ਕੋਈ ਆਪਣੀ ਬਾਲਣ ਦੇ ਹਿਸਾਬ ਨਾਲ, ਫਿਊਲ ਦੇ ਜਾਂ ਆਵਾਜਾਈ ਕਿਸੇ ਚੀਜ਼ ਦੇ ਨਾਲ ਵੀ ਤੁਹਾਨੂੰ ਜੋੜ ਕੇ ਪ੍ਰਸ਼ਨ ਬਣਾ ਸਕਦੇ ਨੇ ਉਹ। ਅਤੇ ਆਪਾਂ ਨੇ ਚੱਲਣਾ ਹੋਏਗਾ ਇਸੇ ਰੂਲ 'ਤੇ। ਜਿਵੇਂ ਕਿ ਤੁਹਾਨੂੰ ਦੱਸ ਰਹੇ ਹਾਂ ਕਿ ਆਪਾਂ ਨੇ ਪਹਿਲਾਂ ਸਟੇਟਮੈਂਟ ਨੂੰ ਧਿਆਨ ਦੇ ਨਾਲ ਪੜ੍ਹਨਾ ਹੈਗਾ। ਸਟੇਟਮੈਂਟ ਨੂੰ ਜਦੋਂ ਆਪਾਂ ਨੇ ਪੜ੍ਹ ਲਿਆ, ਜਦੋਂ ਸਟੇਟਮੈਂਟ ਨੂੰ ਪੜ੍ਹ ਲਿਆ ਉਸ ਤੋਂ ਬਾਅਦ ਹੀ ਆਪਾਂ ਨੇ ਉਸ 'ਤੇ ਸਿੱਟੇ 'ਤੇ ਜਾਣਾ ਹੈਗਾ। ਜਦੋਂ ਤੁਹਾਨੂੰ ਸਟੇਟਮੈਂਟ ਇੱਕ ਵਾਰ ਸਮਝ ਆ ਗਈ ਤਾਂ ਤੁਸੀਂ ਉਸਨੂੰ ਗਲਤ ਨਹੀਂ ਕਰੋਗੇ। ਤਾਂ ਉਸ ਤੋਂ ਬਾਅਦ ਅਗਲੀ ਸਟੇਟਮੈਂਟ, ਬਾਰਿਸ਼ ਹੋਣ ਦੀ ਸੰਭਾਵਨਾ ਹੈ। ਠੀਕ ਹੈ, ਬਾਰਿਸ਼ ਹੋਣ ਦੀ ਸੰਭਾਵਨਾ ਹੈ ਸਟੇਟਮੈਂਟ ਕਹਿੰਦੀ ਹੈਗੀ। ਉਸ ਤੋਂ ਬਾਅਦ ਪਹਿਲੇ ਦੇ ਵਿੱਚ ਕਿਹਾ ਬਾਰਿਸ਼ ਹੋਵੇਗੀ, ਬਾਰਿਸ਼ ਹੋਵੇਗੀ। ਇੱਥੇ ਇਹਨਾਂ ਨੇ ਸੰਭਾਵਨਾ ਕਿਹਾ ਹੈਗਾ, ਤਾਂ ਇਹਨਾਂ ਨੇ ਪਹਿਲੇ ਦੇ ਵਿੱਚ ਕਹਿਤਾ ਬਾਰਿਸ਼ ਹੋਵੇਗੀ, ਦੂਜੇ ਦੇ ਵਿੱਚ ਕਹਿਤਾ ਇਹਨਾਂ ਨੇ ਬਾਰਿਸ਼ ਨਹੀਂ ਹੋਏਗੀ। ਤਾਂ ਦੇਖੋ ਆਪਾਂ ਇਸ ਨੂੰ ਵੀ ਨਹੀਂ ਸਹੀ ਮੰਨ ਸਕਦੇ ਕਿ ਇਸ ਨੂੰ ਵੀ ਨਹੀਂ ਸਹੀ ਮੰਨ ਸਕਦੇ, ਪੂਰਨ ਤੌਰ 'ਤੇ ਸਹੀ ਨਹੀਂ ਮੰਨ ਸਕਦੇ। ਪਰ ਜਦੋਂ ਉਹਨਾਂ ਨੇ ਸੰਭਾਵਨਾ ਕਹਿਤਾ ਬਾਰਿਸ਼ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ, ਤਾਂ ਕਰਕੇ ਇੱਕ ਤਰ੍ਹਾਂ ਆਪਣਾ ਇਹਨਾਂ ਦੇ ਵਿੱਚੋਂ ਇੱਕ ਤਾਂ ਸਹੀ ਹੋਏਗਾ ਨਾ। ਜਦੋਂ ਸੰਭਾਵਨਾ ਹੈਗੀ ਹੈ ਬਾਰਿਸ਼ ਹੋਣ ਦੀ, ਤਾਂ ਉਹਨਾਂ ਦੇ ਵਿੱਚੋਂ ਇੱਕ ਤਾਂ ਸਹੀ ਹੋਏਗਾ, ਜਾਂ ਤਾਂ ਬਾਰਿਸ਼ ਹੋਏਗੀ ਅਤੇ ਜਾਂ ਬਾਰਿਸ਼ ਨਹੀਂ ਹੋਏਗੀ। ਤਾਂ ਆਈਦਰ ਔਰ ਵਾਲਾ ਆਪਣਾ ਹੋ ਜਾਏਗਾ, ਆਈਦਰ 1 ਔਰ 2। ਠੀਕ ਹੈ, ਆਈਦਰ 1 ਔਰ 2 ਫੋਲੋਜ਼। ਠੀਕ ਹੈ, ਇਹਨਾਂ ਦੇ ਵਿੱਚੋਂ ਕਹਿੰਦੇ ਇੱਕ ਸਹੀ ਹੋ ਸਕਦਾ ਹੈਗਾ। ਜਿਹੜੀਆਂ ਆਪਾਂ 4 ਆਪਸ਼ਨ ਦਿੱਤੀਆਂ ਹੋਣਗੀਆਂ, ਜਿਹੜੇ ਵਿੱਚ ਆਈਦਰ ਔਰ ਵਾਲਾ ਹੋਇਆ ਉਹ ਚੀਜ਼ ਆਪਾਂ ਟਿਕ ਕਰਾਵਾਂਗੇ, ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਸਹੀ ਹੋ ਸਕਦਾ ਹੈਗਾ। ਬਾਰਿਸ਼ ਹੋਣ ਦੀ ਜਦੋਂ ਸੰਭਾਵਨਾ ਕਿਹਾ ਤਾਂ ਬਾਰਿਸ਼ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਇਸ ਤਰ੍ਹਾਂ ਤੁਸੀਂ ਨੇ ਤਰਕ ਲਗਾ ਕੇ ਇੱਕ ਤਰ੍ਹਾਂ ਇਸ ਦਾ ਆਨਸਰ ਦੇਣਾ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਅਗਲੀ ਸਟੇਟਮੈਂਟ ਹੈਗੀ, ਬੇਰੁਜ਼ਗਾਰੀ ਵੀ ਭੁੱਖਮਰੀ ਦਾ ਇੱਕ ਕਾਰਨ ਹੈ। ਬੇਰੁਜ਼ਗਾਰੀ ਹੈਗੀ ਜਿਹੜੀ ਭੁੱਖਮਰੀ ਦਾ ਇੱਕ ਕਾਰਨ ਹੈ, ਬੇਰੁਜ਼ਗਾਰੀ ਵੀ। ਠੀਕ ਹੈ, ਇਹ ਚੀਜ਼ ਤੁਸੀਂ ਨੇ ਧਿਆਨ ਨਾਲ ਦੇਖਣੀ ਹੋਇਆ ਕਰੇਗੀ, ਛੋਟੀ ਮੋਟੀ ਗੱਲ ਵੀ ਜਿਹੜੀ ਨਾਲ ਜੁੜਦੀ ਹੋਈ। ਦੇਖੋ ਕਨਕਲੂਜਨ ਕੀ ਕਹਿੰਦਾ, ਇਸ ਨੂੰ ਖਤਮ ਕਰਕੇ ਭੁੱਖਮਰੀ ਖਤਮ ਕੀਤੀ ਜਾ ਸਕਦੀ ਹੈ, ਬੇਰੁਜ਼ਗਾਰੀ ਨੂੰ ਖਤਮ ਕਰਕੇ। ਬੇਰੁਜ਼ਗਾਰੀ ਨੂੰ ਕਹਿੰਦੇ ਜੇਕਰ ਆਪਾਂ ਖਤਮ ਕਰ ਦਾਂਗੇ, ਭੁੱਖਮਰੀ ਨੂੰ ਖਤਮ ਕੀਤਾ ਜਾ ਸਕਦਾ ਹੈ ਜੇਕਰ ਆਪਾਂ ਬੇਰੁਜ਼ਗਾਰੀ ਨੂੰ ਖਤਮ ਕਰ ਦਾਂਗੇ। ਦੇਖੋ ਜੇਕਰ ਆਪਾਂ ਨੇ ਬੇਰੁਜ਼ਗਾਰੀ ਵੀ ਕਿਹਾ ਨਾ, ਜੇਕਰ ਇੱਥੇ ਆਪਾਂ ਨੂੰ ਇਹ ਕਹਿੰਦੇ ਇਹ ਕਿ ਬੇਰੁਜ਼ਗਾਰੀ ਇੱਕੋ ਇੱਕ ਭੁੱਖਮਰੀ ਦਾ ਕਾਰਨ ਹੈ, ਕਿ ਇਸ ਤੋਂ ਬਿਨਾਂ ਕੋਈ ਹੋਰ ਕਾਰਨ ਨਹੀਂ ਹੈਗਾ ਭੁੱਖਮਰੀ ਦਾ। ਬੇਰੁਜ਼ਗਾਰੀ ਤੋਂ ਬਿਨਾਂ ਜੇਕਰ ਹੋਰ ਕਾਰਨ ਨਾ ਹੁੰਦਾ ਭੁੱਖਮਰੀ ਦਾ, ਤਾਂ ਆਪਾਂ ਕਹਿ ਸਕਦੇ ਸੀ ਕਿ ਬੇਰੁਜ਼ਗਾਰੀ ਨੂੰ ਖਤਮ ਕਰਕੇ ਭੁੱਖਮਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਪਰ ਇਹਨਾਂ ਨੇ ਜਦੋਂ ਕਹਿਤਾ ਬੇਰੁਜ਼ਗਾਰੀ ਵੀ ਭੁੱਖਮਰੀ ਦਾ ਕਾਰਨ ਹੈ, ਤਾਂ ਇਸ ਦਾ ਮਤਲਬ ਇਹ ਹੈਗਾ ਕਿ ਬੇਰੁਜ਼ਗਾਰੀ ਤੋਂ ਬਿਨਾਂ ਹੋਰ ਕਾਰਨ ਵੀ ਹੈਗੇ ਨੇ ਭੁੱਖਮਰੀ ਦੇ। ਠੀਕ ਹੈ, ਬੇਰੁਜ਼ਗਾਰੀ ਤੋਂ ਬਿਨਾਂ ਹੋਰ ਕਾਰਨ ਵੀ ਹੈਗੇ ਨੇ ਭੁੱਖਮਰੀ ਦੇ, ਤਾਂ ਕਰਕੇ ਸਿਰਫ ਬੇਰੁਜ਼ਗਾਰੀ ਨੂੰ ਖਤਮ ਕਰਕੇ ਭੁੱਖਮਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਅਤੇ ਜੇਕਰ ਕਿਹਾ ਹੁੰਦਾ ਕਿ ਸਿਰਫ ਅਤੇ ਸਿਰਫ ਬੇਰੁਜ਼ਗਾਰੀ ਹੀ ਭੁੱਖਮਰੀ ਦਾ ਕਾਰਨ ਹੈ, ਇੱਥੇ ਵੀ ਅਤੇ ਹੀ ਦਾ ਮਤਲਬ ਤਾਂ ਤੁਸੀਂ ਸਮਝਦੇ ਹੋਵੋਗੇ ਨਾ। ਜੇਕਰ ਬੇਰੁਜ਼ਗਾਰੀ ਹੀ ਭੁੱਖਮਰੀ ਦਾ ਕਾਰਨ ਕਿਹਾ ਹੁੰਦਾ ਤਾਂ ਆਪਾਂ ਇੱਥੇ ਮੰਨ ਸਕਦੇ ਸੀ ਕਿ ਬੇਰੁਜ਼ਗਾਰੀ ਨੂੰ ਖਤਮ ਕਰਕੇ ਭੁੱਖਮਰੀ ਨੂੰ ਖਤਮ ਕਰ ਸਕਦੇ ਹਾਂ। ਪਰ ਇਹਦੇ ਵਿੱਚੋਂ ਇਸ ਹਿਸਾਬ ਦੇ ਨਾਲ ਇਸ ਨੂੰ ਆਪਾਂ ਕਰ ਦਾਂਗੇ ਗਲਤ। ਠੀਕ ਹੈ, ਦੂਜਾ ਇਹਨਾਂ ਨੇ ਕਿਹਾ ਹੈਗਾ ਰੁਜ਼ਗਾਰ ਦੀ ਘਾਟ ਕਰਕੇ ਹੀ ਭੁੱਖਮਰੀ ਫੈਲੀ ਹੈਗੀ। ਰੁਜ਼ਗਾਰ ਦੀ ਘਾਟ ਕਰਕੇ ਇਹ ਚੀਜ਼ ਇਹਨਾਂ ਨੇ ਕਿਹਾ ਭੁੱਖਮਰੀ ਰੁਜ਼ਗਾਰ ਦੀ ਘਾਟ ਕਰਕੇ ਫੈਲੀ ਹੈ। ਠੀਕ ਹੈ, ਉਹ ਇਹਨਾਂ ਨੇ ਬੇਰੁਜ਼ਗਾਰੀ ਦੀ ਘਾਟ ਕਰਕੇ ਕਿਹਾ ਹੈਗਾ। ਜਾਂ ਇੱਥੇ ਐਵੇਂ ਵੀ ਕਹਿ ਸਕਦੇ ਸੀਗੇ ਕਿ ਦੇਖੋ ਇੱਥੇ ਹੀ ਕਹਿਤਾ ਇੱਕ ਤਾਂ ਇਹਨਾਂ ਨੇ। ਠੀਕ ਹੈ, ਆਪਾਂ ਇੱਕੋ ਰੁਜ਼ਗਾਰ ਦੀ ਘਾਟ ਬੇਰੁਜ਼ਗਾਰੀ ਹੀ ਹੋਈ, ਰੁਜ਼ਗਾਰ ਦੀ ਘਾਟ ਨੂੰ ਤਾਂ ਆਪਾਂ ਭੁੱਖਮਰੀ ਦੇ ਨਾਲ ਨਹੀਂ ਜੋੜ ਸਕਦੇ। ਜਦੋਂ ਇਹਨਾਂ ਨੇ ਵੀ ਕਹਿਤਾ ਇੱਥੇ, ਠੀਕ ਹੈ, ਜੇ ਸਿਰਫ ਅਤੇ ਸਿਰਫ ਬੇਰੁਜ਼ਗਾਰੀ ਕਹਿੰਦੇ ਤਾਂ ਆਪਾਂ ਇਸ ਨੂੰ ਸਹੀ ਮੰਨ ਲੈਣਾ ਸੀਗਾ। ਇਸ ਕਰਕੇ ਆਪਣੀਆਂ ਦੋਨੋਂ ਇੱਥੇ ਆਪਸ਼ਨ ਇਹ ਹੋ ਜਾਣਗੀਆਂ ਗਲਤ। ਠੀਕ ਹੈ, ਇੱਥੇ ਆਪਾਂ ਇਸ ਨੂੰ ਟਿਕ ਕਰਾਂਗੇ ਕਿ ਦੋਨੋਂ ਇੱਥੇ ਫੋਲੋ ਨਹੀਂ ਕਰਦੇ। ਤਾਂ ਅਗਲੀ ਸਟੇਟਮੈਂਟ ਦੇਖੋ, ਰਾਮ ਬੱਸ 'ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂਦਾ ਹੈ। ਠੀਕ ਹੈ, ਰਾਮ ਬੱਸ 'ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂਦਾ ਹੈਗਾ। ਸਟੇਟਮੈਂਟ ਆਪਾਂ ਨੇ ਧਿਆਨ ਨਾਲ ਪੜ੍ਹ ਲਈ। ਉਸ ਤੋਂ ਬਾਅਦ ਮੋਟਰਸਾਈਕਲ 'ਤੇ ਜਾਇਆ ਨਹੀਂ ਜਾ ਸਕਦਾ। ਪਹਿਲਾਂ ਇਹਨਾਂ ਨੇ ਕਹਿਤਾ ਮੋਟਰਸਾਈਕਲ 'ਤੇ ਜਾਇਆ ਨਹੀਂ ਜਾ ਸਕਦਾ। ਦੇਖੋ ਸਟੇਟਮੈਂਟ ਦੇ ਵਿੱਚ ਕਿਹਾ ਗਿਆ ਕਿ ਮੋਟਰਸਾਈਕਲ 'ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਨਹੀਂ ਜਾ ਸਕਦਾ, ਜਾਇਆ ਜਾ ਸਕਦਾ, ਅਤੇ ਰਾਮ ਹੈਗਾ ਜਿਹੜਾ ਤਾਂ ਕਰਕੇ ਬੱਸ 'ਤੇ ਜਾਂਦਾ ਹੈਗਾ। ਇਹਦੇ ਵਿੱਚ ਨਹੀਂ ਕਿਹਾ ਗਿਆ, ਤਾਂ ਕਰਕੇ ਆਪਾਂ ਇਸ ਨੂੰ ਗਲਤ ਕਰ ਦਾਂਗੇ। ਉਸ ਤੋਂ ਬਾਅਦ ਕਹਿੰਦਾ ਬੱਸ ਰਾਹੀਂ ਖਰਚਾ ਘੱਟ ਹੁੰਦਾ ਹੈਗਾ। ਬੱਸ ਦੇ ਰਾਹੀਂ ਖਰਚਾ ਘੱਟ ਹੁੰਦਾ ਹੈ, ਤਾਂ ਕਰਕੇ ਹੀ ਰਾਮ ਬੱਸ 'ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂਦਾ ਹੈਗਾ। ਦੇਖੋ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਕਿਹਾ ਹੈਗਾ ਕਿ ਖਰਚਾ ਘੱਟ ਹੁੰਦਾ ਬੱਸ 'ਤੇ, ਤਾਂ ਕਰਕੇ ਹੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਤਾਂ ਕਰਕੇ ਹੀ ਬੱਸ 'ਤੇ ਜਾਂਦਾ ਹੈਗਾ ਰਾਮ। ਖਰਚੇ ਘੱਟ ਦੀ ਤਾਂ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਗੱਲ ਨਹੀਂ ਕੀਤੀ ਕੋਈ, ਤਾਂ ਕਰਕੇ ਆਪਾਂ ਇਸ ਨੂੰ ਵੀ ਸਹੀ ਨਹੀਂ ਮੰਨ ਸਕਦੇ। ਨਾ ਤਾਂ
ਇਹ ਕਾਰਨ ਹੈਗਾ ਉਸ ਦਾ ਬੱਸ 'ਤੇ ਜਾਣ ਦਾ ਕਿ ਮੋਟਰਸਾਈਕਲ 'ਤੇ ਨਹੀਂ ਜਾਇਆ ਜਾ ਸਕਦਾ। ਮੋਟਰਸਾਈਕਲ ਤੋਂ ਬਿਨਾਂ ਹੋਰ ਕਾਰਨ 'ਤੇ ਵੀ ਹੋ ਸਕਦਾ ਹੈ ਕਿ ਤੇ ਬੱਸ ਪਾਸ ਬਣਵਾਇਆ ਹੋਵੇ ਉਸਨੇ, ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਬੱਸ 'ਤੇ ਜਾਣ ਦਾ। ਠੀਕ ਹੈ, ਅਤੇ ਬੱਸ ਰਾਹੀਂ ਖਰਚ ਘੱਟ ਹੁੰਦਾ। ਇੱਥੇ ਸਟੇਟਮੈਂਟ ਦੇ ਵਿੱਚ ਖਰਚ ਘੱਟ ਹੋਣ ਦੀ ਵੀ ਗੱਲ ਨਹੀਂ ਕੀਤੀ ਹੋਈ, ਤਾਂ ਕਰਕੇ ਆਪਾਂ ਇਸ ਨੂੰ ਵੀ ਸਹੀ ਨਹੀਂ ਮੰਨ ਸਕਦੇ। ਉਸ ਤੋਂ ਬਾਅਦ ਦੇਖੋ ਕੱਲ੍ਹ ਦੀ ਕਲਾਸ ਦੇ ਵਿੱਚ ਵੀ ਆਪਾਂ ਨੇ ਇਹ ਕੀਤਾ ਸੀਗਾ, ਸ਼ਾਮ ਦੇ 3 ਹੋਰ ਭਰਾ ਹਨ। ਠੀਕ ਹੈ, ਜੋ ਉਸ ਤੋਂ ਛੋਟੇ ਹਨ। ਕਾਲੀ ਕਾਲੀ ਦੇ ਵਿੱਚ ਆਪਾਂ ਨੇ ਇਹ ਤਿਆਰ ਕੀਤੀ ਹੈਗੀ, ਤਾਂ ਕਰਕੇ ਇਸ ਦੇ ਵਿੱਚ ਕੋਈ ਮਿਸਟੇਕ ਰਹਿ ਸਕਦੀ ਹੈਗੀ। ਇੱਕ ਵਾਰ ਤੁਸੀਂ ਨੇ ਚੈੱਕ ਕਰ ਲੈਣਾ ਗਾ। ਦੇਖੋ ਸ਼ਾਮ ਦੇ 3 ਹੋਰ ਭਰਾ ਹਨ ਜੋ ਉਸ ਤੋਂ ਛੋਟੇ ਹਨ। ਉਹਨਾਂ ਦੇ ਨਾਮ ਹਨ ਰਾਮ, ਰਾਜ ਅਤੇ ਪਾਲ। ਠੀਕ ਹੈ, ਸ਼ਾਮ ਦੇ 3 ਹੋਰ ਭਰਾ ਹਨ ਜੋ ਉਸ ਤੋਂ ਛੋਟੇ ਹਨ, ਅਤੇ ਉਹਨਾਂ ਦੇ ਨਾਮ ਦਿੱਤੇ ਹੋਏ ਨੇਗੇ ਆਪਾਂ ਨੂੰ ਰਾਮ, ਰਾਜ ਅਤੇ ਪਾਲ। ਦੇਖੋ ਰਾਮ ਪਾਲ ਨਾਲੋਂ ਵੱਡਾ ਹੈ। ਰਾਮ ਆ ਰਿਹਾ, ਆ ਰਾਮ ਆ ਪਾਲ ਦੇ ਨਾਲੋਂ ਵੱਡਾ ਹੈਗਾ। ਆਪਾਂ ਨੂੰ ਕੀ ਪਤਾ, ਸਟੇਟਮੈਂਟ ਦੇ ਵਿੱਚ ਤਾਂ ਕੁਛ ਨਹੀਂ ਦਿੱਤਾ ਹੋਇਆ, ਪਰ ਇੰਨਾ ਜ਼ਰੂਰ ਪਤਾ ਹੈ ਕਿ ਸ਼ਾਮ ਦੇ ਨਾਲੋਂ ਛੋਟੇ ਨੇ ਆਹ ਵਾਲੇ ਤਿੰਨੇ। ਆਹ ਤਿੰਨੋਂ ਸ਼ਾਮ ਦੇ ਨਾਲੋਂ ਛੋਟੇ ਨੇ, ਇੱਥੇ ਲਿਖਿਆ ਪਏਗਾ ਕਿ ਉਸ ਤੋਂ ਛੋਟੇ ਨੇ ਸ਼ਾਮ ਦੇ ਨਾਲੋਂ ਤਿੰਨੋਂ। ਤਾਂ ਕਰਕੇ ਪਹਿਲੀ ਸਟੇਟਮੈਂਟ ਨੂੰ ਤਾਂ ਆਪਾਂ ਮੰਨ ਨਹੀਂ ਸਕਦੇ। ਉਸ ਤੋਂ ਅਗਲਾ ਦੇਖੋ, ਅਗਲਾ ਕਨਕਲੂਜਨ ਕਹਿੰਦਾ ਹੈਗਾ ਸ਼ਾਮ ਹੈਗਾ ਜਿਹੜਾ ਪਾਲ ਦੇ ਨਾਲੋਂ ਵੱਡਾ ਹੈਗਾ। ਸ਼ਾਮ ਆ ਰਿਹਾ, ਦੇਖੋ ਜਦੋਂ ਆਹ ਤਿੰਨੇ ਇਸ ਦੇ ਨਾਲੋਂ ਛੋਟੇ ਹੋ ਗਏ ਤਾਂ ਇਹ ਤਾਂ ਇਹਨਾਂ ਦੇ ਨਾਲੋਂ ਵੱਡਾ ਹੋਏਗਾ। ਪਾਲ ਵੀ ਉਹਨਾਂ ਦੇ ਵਿੱਚ ਹੀ ਆ ਗਿਆ। ਆਹ ਦੇਖੋ ਆਹ ਪਾਲ ਵੀ ਇਹਨਾਂ ਦੇ ਵਿੱਚ ਆ ਗਿਆ, ਤਾਂ ਕਰਕੇ ਆਪਣਾ ਸੈਕਿੰਡ ਵਾਲਾ ਸਹੀ ਹੋ ਜਾਏਗਾ। ਦੇਖੋ ਸ਼ਾਮ ਹੈਗਾ ਜਿਹੜਾ, ਜਦੋਂ ਇਹਨਾਂ ਤਿੰਨਾਂ ਦੇ ਨਾਲੋਂ ਵੱਡਾ ਹੈ ਤਾਂ ਪਾਲ ਦੇ ਨਾਲੋਂ ਵੀ ਵੱਡਾ ਹੋਏਗਾ। ਇਹ ਛੋਟੇ ਹੋ ਗਏ ਉਸ ਦੇ ਨਾਲੋਂ, ਤਾਂ ਕਰਕੇ ਆਪਣਾ ਇਹ ਵਾਲਾ ਸਹੀ ਹੋ ਜਾਏਗਾ ਇਸ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਵੱਲ ਵੱਧਦੇ ਹਾਂ। ਭਾਰਤ ਦੀ ਅਰਥ ਵਿਵਸਥਾ, ਸਟੇਟਮੈਂਟ ਹੈਗੀ ਭਾਰਤ ਦੀ ਅਰਥ ਵਿਵਸਥਾ ਖੇਤੀਬਾੜੀ 'ਤੇ ਨਿਰਭਰ ਹੈ। ਭਾਰਤ ਦੀ ਅਰਥ ਵਿਵਸਥਾ ਖੇਤੀਬਾੜੀ 'ਤੇ ਨਿਰਭਰ ਹੈ। ਤਾਂ ਇਸ ਦਾ ਕਨਕਲੂਜਨ ਕੀ ਕੱਢਿਆਗਾ ਇਹਨਾਂ ਨੇ, ਖੇਤੀਬਾੜੀ ਨੂੰ ਹੋਰ ਵਧਾ ਕੇ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਦੇਖੋ ਜਦੋਂ ਭਾਰਤ ਦੀ ਅਰਥ ਵਿਵਸਥਾ ਇਹਨਾਂ ਨੇ ਕਹਿਤਾ ਸਟੇਟਮੈਂਟ ਦੇ ਵਿੱਚ ਕਿ ਖੇਤੀਬਾੜੀ 'ਤੇ ਨਿਰਭਰ ਹੈਗੀ। ਠੀਕ ਹੈ, ਤਾਂ ਜਿਸ ਤਰ੍ਹਾਂ ਖੇਤੀਬਾੜੀ ਚੱਲੇਗੀ, ਜੇ ਘਾਟੇ ਦੇ ਵਿੱਚ ਚੱਲੇਗੀ, ਅਰਥ ਵਿਵਸਥਾ ਵੀ ਘਾਟੇ ਦੇ ਵਿੱਚ ਚੱਲੇਗੀ। ਜਦੋਂ ਖੇਤੀਬਾੜੀ ਨੂੰ ਹੀ ਇੱਕ ਤਰ੍ਹਾਂ ਇਹਨਾਂ ਨੇ ਜ਼ਿੰਮੇਵਾਰ ਬਣਾਤਾ ਅਰਥ ਵਿਵਸਥਾ ਦੇ ਲਈ ਕਿ ਖੇਤੀਬਾੜੀ 'ਤੇ ਹੀ ਟਿਕੀ ਹੋਈ ਹੈ, ਤਾਂ ਜਿਸ ਹਿਸਾਬ ਦੇ ਨਾਲ ਖੇਤੀਬਾੜੀ ਚੱਲੇਗੀ ਉਸ ਹਿਸਾਬ ਦੇ ਨਾਲ ਹੀ ਅਰਥ ਵਿਵਸਥਾ ਚੱਲੇਗੀ। ਠੀਕ ਹੈ, ਜਦੋਂ ਖੇਤੀਬਾੜੀ 'ਤੇ ਨਿਰਭਰ ਹੋ ਗਈ ਅਰਥ ਵਿਵਸਥਾ, ਤਾਂ ਜੇਕਰ ਆਪਾਂ ਖੇਤੀਬਾੜੀ ਨੂੰ ਮਜ਼ਬੂਤ ਕਰ ਦਾਂਗੇ ਤਾਂ ਅਰਥ ਵਿਵਸਥਾ ਵੀ ਮਜ਼ਬੂਤ ਹੋ ਜਾਏਗੀ। ਇਸ ਤਰ੍ਹਾਂ ਜਦੋਂ ਤੁਸੀਂ ਜੋੜ ਕੇ ਦੇਖਦੇ ਹੋ ਤਾਂ ਇਹ ਸਹੀ ਹੋ ਜਾਏਗਾ। ਤਾਂ ਦੇਖੋ ਅਗਲਾ ਕੀ ਕਿਹਾ ਇਹਨਾਂ ਨੇ, ਅਰਥ ਵਿਵਸਥਾ ਦਾ ਖੇਤੀਬਾੜੀ ਨਾਲ ਕੋਈ ਸੰਬੰਧ ਨਹੀਂ। ਦੇਖੋ ਉੱਪਰ ਇਹਨਾਂ ਨੇ ਸਟੇਟਮੈਂਟ ਦੇ ਵਿੱਚ ਕੀ ਕਿਹਾ ਹੈਗਾ, ਖੇਤੀਬਾੜੀ 'ਤੇ ਹੀ ਨਿਰਭਰ ਹੈ, ਖੇਤੀਬਾੜੀ 'ਤੇ ਨਿਰਭਰ ਹੈਗੀ ਅਰਥ ਵਿਵਸਥਾ, ਅਤੇ ਇੱਥੇ ਕਹਿ ਰਹੇ ਨੇ ਕਿ ਕੋਈ ਸੰਬੰਧ ਨਹੀਂ ਹੈਗਾ, ਤਾਂ ਕਰਕੇ ਇਹ ਵਾਲਾ ਹੋ ਜਾਏਗਾ ਆਪਣਾ ਗਲਤ। ਠੀਕ ਹੈ, ਤਾਂ ਉਸ ਤੋਂ ਬਾਅਦ ਦੇਖੋ ਅਗਲਾ ਪ੍ਰਸ਼ਨ ਦੇਖਦੇ ਆਂਗੇ। ਅਗਲਾ ਪ੍ਰਸ਼ਨ ਕਹਿ ਰਹੇ ਨੇਗੇ, ਸਟੇਟਮੈਂਟ ਕੀ ਹੈਗੀ, ਸੂਰਜ ਪ੍ਰਕਾਸ਼ ਦਾ ਇੱਕ ਸਰੋਤ ਹੈ। ਸੂਰਜ ਹੈਗਾ ਜਿਹੜਾ ਪ੍ਰਕਾਸ਼ ਦਾ ਇੱਕ ਸਰੋਤ ਹੈਗਾ। ਕਨਕਲੂਜਨ ਦੇ ਵਿੱਚ ਕੀ ਹੈਗਾ, ਚੰਦ ਪ੍ਰਕਾਸ਼ ਦਾ ਸਰੋਤ ਨਹੀਂ ਹੈਗਾ। ਚੰਨ ਹੈਗਾ ਜਿਹੜਾ ਪ੍ਰਕਾਸ਼ ਦਾ ਸਰੋਤ ਨਹੀਂ ਹੈ। ਕੀ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਚੰਦ ਦੇ ਨਾਲ ਸੰਬੰਧਿਤ ਕੋਈ ਗੱਲ ਕਹੀ ਗਈ ਹੈ, ਨਹੀਂ ਕਹੀ ਗਈ, ਤਾਂ ਕਰਕੇ ਇਹ ਹੋ ਜਾਏਗਾ ਆਪਣਾ ਗਲਤ। ਚੰਦ ਦੀ ਤਾਂ ਆਪਾਂ ਨੇ ਗੱਲ ਹੀ ਨਹੀਂ ਛੇੜੀ ਸਟੇਟਮੈਂਟ ਦੇ ਵਿੱਚ, ਤਾਂ ਕਰਕੇ ਇਹ ਹੋ ਜਾਏਗਾ ਆਪਣਾ ਗਲਤ। ਉਸ ਤੋਂ ਬਾਅਦ ਦੇਖੋ ਸੂਰਜ ਪ੍ਰਕਾਸ਼ ਦਾ ਇਕੱਲਾ ਸਰੋਤ ਨਹੀਂ ਹੈ, ਇਕੱਲਾ ਸਰੋਤ ਨਹੀਂ ਹੈ। ਠੀਕ ਹੈ, ਇਸ ਚੀਜ਼ ਦੇ ਵਿੱਚ ਇੱਕ ਸਰੋਤ ਹੈਗਾ। ਜੇ ਇੱਥੇ ਆਪਾਂ ਨੂੰ ਕਿਹਾ ਗਿਆ ਹੁੰਦਾ, ਚਲੋ ਇੱਥੇ ਨਹੀਂ ਕੱਟ ਦਿਓ ਇੱਕ ਵਾਰ ਤੁਸੀਂ। ਹੁਣ ਦੇਖੋ ਸੂਰਜ ਪ੍ਰਕਾਸ਼ ਦਾ ਇਕੱਲਾ ਸਰੋਤ ਹੈ, ਸੂਰਜ ਪ੍ਰਕਾਸ਼ ਦਾ ਇਕੱਲਾ ਸਰੋਤ ਹੈ। ਇਕੱਲਾ ਸਰੋਤ ਕਹਿਤਾ ਜਦੋਂ, ਦੇਖੋ ਸੂਰਜ ਹੈਗਾ ਜਿਹੜਾ ਪ੍ਰਕਾਸ਼ ਦਾ ਇਕੱਲਾ ਸਰੋਤ ਤਾਂ ਨਹੀਂ ਹੈਗਾ, ਇਕੱਲਾ ਸਰੋਤ ਤਾਂ ਨਹੀਂ ਹੈਗਾ। ਸੂਰਜ ਪ੍ਰਕਾਸ਼ ਦੇ ਕਿੰਨੇ ਸਰੋਤ ਨੇ, ਠੀਕ ਹੈ, ਹੋਰ ਵੀ ਹੈਗੇ ਨੇ, ਤਾਂ ਕਰਕੇ ਸੂਰਜ ਨੂੰ ਇਕੱਲਾ ਸਰੋਤ ਤਾਂ ਆਪਾਂ ਨਹੀਂ ਮੰਨ ਸਕਦੇ। ਜੇਕਰ ਇਕੱਲਾ ਸਰੋਤ ਕਿਹਾ ਤਾਂ ਹੋ ਗਿਆ ਇਹ ਗਲਤ। ਜੇਕਰ ਕਹਿਤਾ ਵੀ ਇਕੱਲਾ ਸਰੋਤ ਨਹੀਂ ਹੈ, ਠੀਕ ਹੈ, ਇਕੱਲਾ ਸਰੋਤ ਨਹੀਂ ਹੈ, ਤਾਂ ਆਪਾਂ ਇਸ ਨੂੰ ਕਰ ਦਾਂਗੇ ਸਹੀ। ਇਕੱਲਾ ਸਰੋਤ ਨਹੀਂ ਹੈ, ਇਕੱਲਾ ਸਰੋਤ ਨਹੀਂ ਹੈ, ਹਾਂ ਠੀਕ ਹੈ। ਜੇਕਰ ਆਪਾਂ ਨੂੰ ਕਿਹਾ ਹੁੰਦਾ ਕਿ ਸੂਰਜ ਪ੍ਰਕਾਸ਼ ਦਾ ਇਕੱਲਾ ਹੀ ਸਰੋਤ ਹੈਗਾ, ਤਾਂ ਕਰਕੇ ਆਪਾਂ ਇਸ ਨੂੰ ਗਲਤ ਕਰ ਦਿੰਦੇ, ਕਿਉਂਕਿ ਪ੍ਰਕਾਸ਼ ਦੇ ਹੋਰ ਵੀ ਸਰੋਤ ਨੇ। ਠੀਕ ਹੈ, ਕੁਦਰਤੀ ਸਰੋਤ ਵੀ ਹੋਰ ਬਥੇਰੇ ਨੇ ਪ੍ਰਕਾਸ਼ ਦੇ, ਪਰ ਕੀ ਹੋਇਆ ਆਪਣੀ ਧਰਤੀ 'ਤੇ ਪ੍ਰਕਾਸ਼ ਨਹੀਂ ਆਉਂਦਾ। ਹਾਂ ਠੀਕ ਹੈ, ਪ੍ਰਕਾਸ਼ ਦਾ ਜੇ ਕੁਦਰਤੀ ਸਰੋਤ ਆਪਾਂ ਨੂੰ ਕਿਹਾ ਜਾਂਦਾ ਕਿ ਆਪਣਾ ਪ੍ਰਕਾਸ਼ ਦਾ ਕੁਦਰਤੀ ਸਰੋਤ ਹੈਗਾ, ਉਹ ਆਪਾਂ ਸੂਰਜ ਨੂੰ ਮੰਨ ਲੈਣਾ ਸੀਗਾ। ਠੀਕ ਹੈ, ਪਰ ਦੇਖੋ ਸੂਰਜ ਤੋਂ ਬਾਅਦ ਆਪਣਾ ਚੰਨ ਦਾ ਵੀ ਪ੍ਰਕਾਸ਼ ਦਾ ਸਰੋਤ, ਜਾਂ ਹੋਰ ਵੀ ਆਪਣੇ ਬਣਾਵਟੀ ਪ੍ਰਕਾਸ਼ ਦੇ ਸਰੋਤ ਕਿੰਨੇ ਬਣ ਚੁੱਕੇ ਨੇ।
पर कुदरती नहीं किया, कुछ भी नहीं कहा स्टेटमेंट के हिसाब नाल। जो कहता इक्को एक, जे कहते इक्को एक स्रोत हैगा इत्थे विच आपां नूं स्टेटमेंट दे विच, तां भी आपां ने स्टेटमेंट के हिसाब नाल देखना सी, आपां ने दुनियादारी दे नाल इसनूं नहीं सी जोड़ना। तां उस तो अगली स्टेटमेंट हैगी जिहड़ी सवेर वेले मन शांत हुंदा हैगा, ठीक है, ये स्टेटमेंट आ गई। तां जिहड़ा इसका कनकलूजन कढ़िया उस दे विच कहा गया कि दोपहर वेले नहीं हुंदा, दोपहर वेले मन शांत नहीं हुंदा। कि अपनी स्टेटमेंट दे विच इस तरह का कुछ कहा गया है कि दोपहर वेले मन शांत नहीं हुंदा, तां करके इसनूं कर दांगे आपां गलत। जां इत्थे अगली कनकलूजन सैकेंड वाले दे विच देखो कहा गया सिर्फ सवेर वेले मन शांत हुंदा हैगा, सिर्फ सवेर वेले भी तां नहीं कहा गया इस दे विच, ठीक है। पर हाँ जेकर इत्थे कहा जांदा सिर्फ सवेर वेले तां इत्थे होर फिर आपां इसनूं मन लेना सीगा सिर्फ सवेर वेले। जदों इत्थे सिर्फ नहीं कहा गया तां करके आपां मन नहीं सकते, ठीक है। उस तो बाद हाँ एक गल होर कि जेकर कनकलूजन दे विच सलाह दित्ती होवे कोई, ठीक है, सलाह दित्ती होवे तां उसनूं आपां एक तरह उसनूं ध्यान दे नाल तुसीं ने देख लैणे कि वो कई बार ज़्यादा चांस ने उसनूं सही होण दे जिस दे विच सलाह दित्ती होवे, ते जदों सिर्फ दित्ता होवे उस दे गलत होण दे ज़्यादा चांस हुंदे ने, ठीक है। ये चीज़ तुसीं ने ध्यान दे नाल देख लैणी हैगी। पढ़े लिखे लोग ज़्यादा सियाणे हुंदे हन, पढ़े लिखे लोग ज़्यादा सियाणे हुंदे हन, स्टेटमेंट कही हैगी। उस तो बाद आपां ने कनकलूजन कड्ढना हैगा। कनकलूजन कहंदा हैगा सारे अनपढ़ मूर्ख हुंदे हन। जे उन्होंने देखो कहता स्टेटमेंट दे विच जेकर उन्होंने इंज कहता कि पढ़े लिखे लोग ज़्यादा सियाणे हुंदे हन, तां उन्होंने ये तां कोई नहीं कहा कि सारे अनपढ़ मूर्ख हुंदे हन, सारे अनपढ़ मूर्ख तां कोई नहीं हुंदे, तां ही कर दिंदे आपां गलत। उस तो बाद जिहड़ा सैकेंड हैगा उहदे विच सारे पढ़े लिखे ही सियाणे हुंदे हन, इन्हां ने ये भी तां नहीं कहा हैगा कि सारे पढ़े लिखे सियाणे हुंदे हन, ठीक है, सारे पढ़े लिखे भी तो नहीं सियाणे हुंदे, तां करके अपना ये भी गलत हो जाएगा। पढ़िया लिखिया मूर्ख राजा देखो आपां पढ़दे ही आए हैं, पढ़िया लिखिया मूर्ख राजा आपां नूं इतिहास दे विच हुंदा सीगा, ठीक है। तो देखो ये सीगी अपनी स्टेटमेंट एंड कनकलूजन की अपनी क्लास। अज अपना यह चैप्टर समाप्त हो चुका है, कल नूं आपां अगला चैप्टर इसका स्टार्ट करांगे। इस तरह डेली आपां तुहाडी क्लास 8:30 बजे ही लैके आया करांगे। एक दो दिन होया कि अपनी क्लास लेट हो चुकी सीगी, उस दे करके माफ़ी चाहुंदे आ। तुहानूं डेली 8:30 बजे क्लास मिलिया करेगी अपनी रीजनिंग की, तो सवेरे 10 बजे अपनी मैथेमैटिक्स की क्लास डेली होया करेगी। कल तो अपनी प्रैक्टिस सीरीज अपने स्टार्ट कर देनी हैगी। सो अपने चैनल के नाल जुड़े रहने तुसीं ने। जेकर अजे तक चैनल नूं सबसक्राइब नहीं किया तो चैनल नूं जरूर सबसक्राइब कर लैणेगा, क्योंकि इस तरह दी वीडियोज़ तुहाडे लई आपां लैके आउंदे रहांगे। ते नाल ही जेकर इस वीडियो के जरिए तुसीं पहली बार अपने चैनल के नाल जुड़े हो तो तुसीं ने डिस्क्रिप्शन बॉक्स के विच जाके प्ले लिस्टां दा लिंक उत्थों लै लैणेगा, तो प्ले लिस्टां के जरिए तुसीं ने सारियां वीडियोज़ नूं जिन्नियां भी वीडियो अपनियां हुण तक होईयां ने उन्हां नूं देख लैणेगा। रीजनिंग की प्ले लिस्ट मिल जाएगी, मैथ की ते पंजाब जीके की, ठीक है। पंजाब जीके की अपनी सीरीज एक बार रोकी हुई सी, उसनूं भी आपां ने कंटिन्यू कर लैणेगा। तुहानूं होर जिहड़ियां अपनियां क्लासां होणगीਆਂ पंजाब जीके की प्ले लिस्ट दे विच ही आपां ऐड कर दिया करांगे। वैसे जो तुसीं ने बैल आइकन नूं प्रेस कर लिया तो तुहानूं नोटिफिकेशन डेली मिल ही जाया करेगी वीडियो की, ठीक है। तो आपां उसका भी टाइम फिक्स कर लांगे पंजाब जीके का। इन्हां दोनों क्लासां का जिहड़ा रीजनिंग ते मैथ हुंदी है ये तुहानूं डेली टाइम ते क्लास मिल जाया करेगी। सो हुण तक क्लास दे नाल जुड़े रहने लई तुहाडा बहुत बहुत धन्नवाद। स्टेटमेंट ते कनकलूजन का जिहड़ा अपना चैप्टर सीगा वो अपना कंप्लीट हो चुका हैगा। सो जरूरी नहीं हैगा कि अपना इत्थों ही पेपर आएगा जो आपां ने अज दे सवाल कीते ने। हो सकदा है कि इन्हां दे नाल जिवें कि आपां ने पढ़े लिखे लोगों की गल की, जरूरी नहीं है कि उत्थे पढ़े लिखे नाल ही संबंधित प्रश्न आवे। तुहानूं आवाजाई के बारे गल करके पूछा जा सकता है, ठीक है। इन्वायरमेंट के नाल किसी चीज़ के नाल भी, ठीक है, अर्थ व्यवस्था ਜਾਂ कोई शहरों के नाल देशों के नाल किसी चीज़ के नाल जोड़ के भी तुहानूं प्रश्न पूछा जा सकता है, ठीक है। तो तुहाडा तुसीं ने स्टेटमेंट नूं ध्यान नाल पढ़ना है। उस तो बाद लॉजिक दे नाल उसनूं कनकलूजन कढ़ना हैगा कि स्टेटमेंट दे नाल मिलना चाहिए हैगा। तुसीं ने अपने कोलों कुछ भी नहीं मनना हैगा, अपनी दुनियादारी दे नाल किसी चीज़ दे नाल भी तुसीं ने स्टेटमेंट नूं जोड़ के नहीं देखना, कनकलूजन नूं नहीं किसी चीज़ दे नाल जोड़ना। हाँ जो स्टेटमेंट हैगी जिहड़ी दित्ती हुई उस दे हिसाब नाल ही तुसीं ने आंसर देना हैगा, तां तुहाडा आंसर बिल्कुल सही होएगा। तुसीं ने ये भी नहीं मनना कि अपना चलो एक सही हो गया तो दूजा गलत होएगा। दोनों कनकलूजन जिहड़े दो दित्ते हुए ने इस तरह दोनों भी सही हो सकते हैं, दोनों गलत भी हो सकते हैं, ठीक है। इस तरह तुहानूं ऑप्शन दित्ती होएगी उस दे हिसाब नाल ही तुसीं ने चलना हैगा। इन्हां दे विच्चों जेकर पहला हैगा वो ऑप्शनां तुहानूं उल्ट पुलट भी दे सकते हैं, उस तरह तुसीं ने ध्यान रखना हैगा। सो अज दी इन्नी ही क्लास सीगी। हुण तक क्लास दे नाल जुड़ने तुहाडा बहुत बहुत धन्नवाद। कल नूं इसे टाइम क्लास लैके फिर हाज़र होवांगे।
ਠੀਕ ਹੈ ਜੀ, ਕੱਲ੍ਹ ਨੂੰ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ।